ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੰਬੰਧ ਵਿੱਚ ਭੱਟ ਕਲ ਸਹਾਰ ਜੀ ਲਿਖਦੇ ਨੇ, ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ, ਸ੍ਰੇਸ਼ਟ ਸਗਲ ਉਧਰੀ ਨਾਮ ਲੈ ਤਰਿਓ ਨਿਰੰਤਰ। ਗੁਰੂ ਨਾਨਕ ਸਾਹਿਬ ਦਾ ਮੱਤ ਹੈ, ਰਾਜ ਭਾਗ ਦੇ ਵਿੱਚ ਰਹਿੰਦਿਆਂ ਜੋਗ ਦੀ ਕਮਾਈ ਕਰਨੀ, ਭਾਵ ਵਾਹਿਗੁਰੂ ਜੀ ਨਾਲ ਜੁੜਨ ਦਾ ਯਤਨ ਕਰਨਾ। ਇਹ ਜ਼ਰੂਰੀ ਨਹੀਂ ਕਿ ਕੋਈ ਰਾਜ ਭਾਗ ਛੱਡ ਕੇ ਹੀ ਜੁੜ ਸਕਦਾ ਹੈ, ਸਗੋਂ ਪਰਿਵਾਰ ਵਿੱਚ ਗ੍ਰਸਥ ਵਿੱਚ ਰਹਿੰਦਿਆਂ ਵੀ ਮਾਲਕ ਨਾਲ ਜੁੜਿਆ ਜਾ ਸਕਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਾਂ ਨੂੰ ਗੁਰਬਾਣੀ ਵਿੱਚ ਬਚਨ ਸਮਝਾਏ ਨੇ, ਰਾਜ ਲੀਲਾ ਤੇਰਾ ਨਾਮ ਬਨਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਦੋਵੇਂ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖੇ ਨੇ। ਜੇ ਅਸੀਂ ਪਰਿਵਾਰ ਵਿੱਚ ਰਹਿੰਦਿਆਂ ਰਾਜ ਕਮਾਉਣਾ ਹੈ ਤੇ ਤਾਂ ਵੀ ਨਾਮ ਵਿੱਚ ਜੁੜ ਕੇ, ਜੇ ਅਸੀਂ ਪਰਿਵਾਰ ਵਿੱਚ ਰਹਿੰਦਿਆਂ ਜੋਗ ਦੀ ਕਮਾਈ ਕਰਨੀ ਹੈ ਤੇ ਤਾਂ ਵੀ ਉਸ ਦਾ ਨਾਮ ਜਪ ਕੇ ਕੀਰਤਨ ਰਾਹੀਂ, ਮਾਲਕ ਦੀ ਸਿਫਤ ਸਲਾਹ ਦੀ ਰਾਹੀਂ। ਗੁਰੂ ਨਾਨਕ ਸਾਹਿਬ ਨੇ ਮਾਨਵਤਾ ਦੇ ਦਿਲਾਂ ਤੇ ਰਾਜ ਕੀਤਾ। ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦੇ ਅੰਦਰ ਪੂਰਨ ਤੌਰ ਤੇ ਰਸਾਈ ਵੀ ਹਾਸਲ ਕੀਤੀ। ਕਿਵੇਂ? ਬਸਿਓ ਨਿਰਵੈਰ ਰਿਦੰਤਰ। ਰਿਦੰਤਰ ਦੋ ਸ਼ਬਦਾਂ ਤੋਂ ਬਣਿਆ ਹੋਇਆ ਇੱਕ ਸ਼ਬਦ ਰਿਦ ਜਮਾ ਅੰਤਰ, ਹਿਰਦੇ ਦੇ ਵਿੱਚ। ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚ ਕੌਣ ਵਸਿਆ ਜਿਸ ਨੂੰ ਉਹ ਨਿਰਵੈਰ ਆਖਦੇ ਨੇ, ਭਾਵ ਪਰਮਾਤਮਾ, ਜਿਹਦੇ ਨਾਲ ਕਿਸੇ ਦਾ ਵੈਰ ਨਹੀਂ। ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਵਾਸ ਹੋਇਆ, ਜਿਸ ਸਦਕਾ ਉਹਨਾਂ ਨੇ ਰਾਜ ਅਤੇ ਜੋਗ ਨੂੰ ਮਾਣਿਆ। ਫਿਰ ਇਕੱਲੇ ਆਪ ਹੀ ਨਹੀਂ ਉਹਨਾਂ ਨੇ ਰਾਜ ਜੋਗ ਮਾਣਿਆ, ਸਗੋਂ ਸ੍ਰੇਸ਼ਟ ਸਗਲ ਉਧਰੀ ਨਾਮ ਲੈ ਤਰਿਓ ਨਿਰੰਤਰ। ਨਿਰੰਤਰ ਦਾ ਮਤਲਬ ਹੈ, ਇਹ ਵੀ ਦੋ ਸ਼ਬਦਾਂ ਦੇ ਸੁਮੇਲ ਤੋਂ ਹੀ ਬਣਿਆ ਹੋਇਆ ਹੈ। ਨਿਰਜਮਾ ਅੰਤਰ, ਅੰਤਰ ਤੋਂ ਬਿਨਾਂ, ਲਗਾਤਾਰ, ਜਿਸ ਨੂੰ ਆਪਾਂ ਅਖੰਡ ਕਹਿ ਸਕਦੇ ਹਾਂ। ਲਗਾਤਾਰ ਇੱਕ ਤਾਰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ, ਜਿੱਥੇ ਗੁਰੂ ਨਾਨਕ ਸਾਹਿਬ ਆਪ ਸੰਸਾਰ ਸਾਗਰ ਤੋਂ ਪਾਰ ਹੋਏ, ਉੱਥੇ ਉਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ, ਭਾਵ ਜਿੰਨੇ ਲੋਕ ਉਹਨਾਂ ਦੇ ਸੰਪਰਕ ਵਿੱਚ ਆਏ, ਜਿੰਨਿਆਂ ਲੋਕਾਂ ਦਾ ਮਿਲਾਪ ਗੁਰੂ ਨਾਨਕ ਸਾਹਿਬ ਨਾਲ ਹੋਇਆ, ਉਹ ਸਾਰੀ ਸ੍ਰਿਸ਼ਟੀ ਵੀ ਮਾਨੋ ਗੁਰੂ ਨਾਨਕ ਸਾਹਿਬ ਨੇ ਨਾਮ ਸਿਮਰਨ ਵਿੱਚ ਜੋੜ ਕੇ ਉਹਨਾਂ ਨੂੰ ਵੀ ਸੰਸਾਰ ਸਾਗਰ ਵਿੱਚੋਂ ਪਾਰ ਕਰਵਾ ਦਿੱਤਾ। ਜਾਂ ਇਸ ਤਰ੍ਹਾਂ ਆਖੀਏ, ਸੰਸਾਰ ਸਾਗਰ ਤੋਂ ਪਾਰ ਹੋਣ ਦਾ ਇੱਕ ਸੁਖਾਲਾ ਮਾਰਗ ਦੱਸਿਆ। ਸੋ ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ ਤੇ ਉਹਨਾਂ ਨੇ ਆ ਕੇ ਆਪ ਰਾਜ ਤੇ ਜੋਗ ਨੂੰ ਮਾਣਿਆ ਤੇ ਸਾਰੀ ਸ੍ਰਿਸ਼ਟੀ ਦੇ ਲੋਕਾਂ ਨੂੰ ਰਾਜ ਜੋਗ ਮਾਨਣ ਲਈ ਪ੍ਰੇਰਿਤ ਕੀਤਾ ਤੇ ਰਾਜ ਜੋਗ ਮਾਨਣ ਦੀ ਵਿਧੀ ਦੱਸੀ ਕਿ ਪਰਮਾਤਮਾ ਨੂੰ ਲਗਾਤਾਰ ਹਿਰਦੇ ਵਿੱਚ ਵਸਾਓ, ਬਿਨਾਂ ਅੰਤਰ ਤੋਂ, ਵਿੱਚ ਗੈਪ ਨਾ ਪਵੇ। ਰਾਤ ਦਿਨ ਮਾਲਕ ਦੀ ਯਾਦ ਵਿੱਚ ਜੁੜੇ ਰਹੋ। ਇਸ ਤਰ੍ਹਾਂ ਜੁੜੇ ਰਹਿਣ ਨਾਲ ਤੁਸੀਂ ਰਾਜ ਅਤੇ ਜੋਗ ਦੋਨਾਂ ਨੂੰ ਹੀ ਇਸ ਜੀਵਨ ਵਿੱਚ ਰਹਿੰਦਿਆਂ ਕਮਾ ਸਕਦੇ ਹੋ, ਭਾਵ ਉਹਨਾਂ ਦੋਨਾਂ ਦਾ ਆਨੰਦ ਮਾਣ ਸਕਦੇ ਹੋ। ਗੁਰੂ ਨਾਨਕ ਸਾਹਿਬ
ਪਹਿਲੀ ਉਦਾਸੀ ਪੂਰੀ ਕਰਕੇ ਤਲਵੰਡੀ ਪਹੁੰਚੇ ਹੋਏ ਨੇ। ਤਲਵੰਡੀ ਉਹਨਾਂ ਦਾ ਨਗਰ ਹੈ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ, ਜਿੱਥੇ ਉਹਨਾਂ ਦਾ ਆਗਮਨ ਹੋਇਆ। ਇਹ ਪਿੰਡ ਪਹਿਲਾਂ ਰਾਏ ਭੋਏ ਦੀ ਤਲਵੰਡੀ ਸੀ। ਅੱਜ ਕੱਲ੍ਹ ਇਸ ਨੂੰ ਆਪਾਂ ਨਨਕਾਣਾ ਸਾਹਿਬ ਆਖਦੇ ਹਾਂ। ਅਸਲ ਵਿੱਚ ਜਿਹੜਾ ਇਹਦਾ ਪੂਰਾ ਨਾਂ ਹੈ, ਜੋ ਕਾਗਜ਼ਾਂ ਵਿੱਚ ਦਰਜ ਹੈ, ਉਹ ਹੈ ਨਾਨਕਿਆਣਾ, ਭਾਵ ਜਿੱਥੇ ਨਾਨਕ ਜੀ ਆਏ। ਨਾਨਕ ਆਇਨ, ਨਾਨਕ ਦਾ ਜਿੱਥੇ ਆਉਣਾ ਹੋਇਆ। ਹੌਲੀ ਹੌਲੀ ਇਹ ਨਾਨਕ ਆਇਨ ਤੋਂ ਨਨਕਾਣਾ ਬਣਿਆ। ਅਸੀਂ ਸਤਿਕਾਰ ਨਾਲ ਉਸ ਨਗਰ ਨੂੰ ਨਨਕਾਣਾ ਸਾਹਿਬ ਆਖਦੇ ਹਾਂ। ਇਸ ਤਲਵੰਡੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ। ਇਸ ਤਲਵੰਡੀ ਦਾ ਜੋ ਚੌਧਰੀ ਹੈ, ਜੋ ਮਾਲਕ ਆਖੀਏ ਤੇ ਕੋਈ ਹਰਜ ਨਹੀਂ, ਉਸ ਦਾ ਨਾਮ ਹੈ ਰਾਏ ਬੁਲਾਰ, ਤੇ ਉਹ ਭੱਟੀ ਜਾਤੀ ਨਾਲ ਜਾਂ ਕਬੀਲੇ ਨਾਲ ਸੰਬੰਧ ਰੱਖਦਾ ਹੈ। ਉਹਦੀ ਜਿਹੜੀ ਜ਼ਮੀਨ ਹੈ ਕੁੱਲ, ਉਹ ਤਕਰੀਬਨ 1500 ਮੁਰੱਬੇ ਹੈ, ਜਿਹਦਾ ਮਤਲਬ ਹੁੰਦਾ ਹੈ ਕਿ ਉਹ 36,000 ਦੇ ਲਗਭਗ ਏਕੜ ਹੈ। 36,000 ਏਕੜ। ਇੰਨੇ ਵੱਡੇ ਪਰਗਣੇ ਦਾ ਉਹ ਮਾਲਕ ਹੈ। ਉਹਦੇ ਇਸ ਇਲਾਕੇ ਵਿੱਚ ਕਈ ਹੋਰ ਛੋਟੇ ਛੋਟੇ ਪਿੰਡ ਵੀ ਵਸਦੇ ਸਨ, ਜਿਨ੍ਹਾਂ ਦਾ ਉਹ ਮਾਲਕ ਸੀ। ਇਤਿਹਾਸ ਕਹਿੰਦਾ ਹੈ ਕਿ ਰਾਏ ਬੁਲਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਪਣੇ ਸਮੇਂ ਦਾ ਇੱਕ ਬਹੁਤ ਹੀ ਪੂਰਨ ਗੁਰਸਿੱਖ ਹੋਇਆ ਹੈ। ਹੁਣ ਆਪਾਂ ਨੂੰ ਲੱਗੇਗਾ ਉਹ ਮੁਸਲਮਾਨ ਹੈ, ਉਹ ਗੁਰਸਿੱਖ ਕਿਵੇਂ ਹੋਇਆ? ਬਸ ਆਹੋ ਹੀ ਇੱਕ ਛੋਟੀ ਜਿਹੀ ਘੁੰਡੀ ਹੈ ਸਮਝਣ ਵਾਲੀ। ਜੇ ਸਮਝ ਵਿੱਚ ਆ ਗਈ ਤੇ ਸਿੱਖ ਕੋਈ ਵੀ ਬਣ ਸਕਦਾ ਹੈ। ਜ਼ਰੂਰੀ ਨਹੀਂ ਉਹ ਸਿੱਖਾਂ ਦੇ ਘਰ ਵਿੱਚ ਪੈਦਾ ਹੋਵੇ, ਉਹ ਕਿਸੇ ਜਾਤੀ ਵਿੱਚ, ਕਿਸੇ ਕੁੱਲ ਵਿੱਚ, ਕਿਸੇ ਕਬੀਲੇ ਵਿੱਚ ਪੈਦਾ ਹੋਵੇ, ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਸਕਦਾ ਹੈ। ਸ਼ਰਤ ਇੱਕੋ ਹੀ ਹੈ ਕਿ ਗੁਰੂ ਨਾਨਕ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾ ਲਵੇ। ਬਸ ਇੰਨੀ ਗੱਲ ਹੈ। ਦੁਨੀਆ ਦਾ ਕੋਈ ਇਨਸਾਨ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਏ, ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਜਾਂਦਾ ਹੈ। ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦੇ ਉਸ ਵਕਤ ਦੇ ਮਹਾਨ ਸਿੱਖਾਂ ਵਿੱਚੋਂ ਇੱਕ ਸਿੱਖ ਮੰਨਿਆ ਜਾਂਦਾ ਹੈ। ਰਾਏ ਬੁਲਾਰ, ਉਸ ਨੂੰ ਇੱਕ ਸੁਪਨਾ ਆਇਆ ਹੈ, ਤੇ ਇਹ ਸੁਪਨਾ ਉਹਨੇ ਉਦੋਂ ਸਾਂਝਾ ਕੀਤਾ ਲੋਕਾਂ ਦੇ ਨਾਲ ਜਾਂ ਸੰਗਤ ਦੇ ਨਾਲ, ਜਦੋਂ ਗੁਰੂ ਨਾਨਕ ਸਾਹਿਬ ਦੀ ਉਮਰ 12-13 ਸਾਲਾਂ ਦੀ ਹੋਈ ਹੈ। ਲੇਕਿਨ ਇਹ ਸੁਪਨਾ ਜਿਹੜਾ ਹੈ, ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਆਇਆ ਹੈ। ਯਾਨੀ 13-14 ਸਾਲਾਂ ਬਾਅਦ ਉਹ ਆਪਣੇ ਉਸ ਸੁਪਨੇ ਨੂੰ ਜ਼ਾਹਰ ਕਰਦਾ ਹੈ, ਪ੍ਰਗਟ ਕਰਦਾ ਹੈ ਲੋਕਾਂ ਵਿੱਚ। ਸੁਪਨਾ ਕੀ ਆਇਆ ਹੈ? ਰਾਤ ਨੂੰ ਆਪਣੇ ਕਮਰੇ ਵਿੱਚ ਸੁੱਤਾ ਹੋਇਆ ਹੈ, ਤੇ ਸੁੱਤਿਆਂ ਸੁੱਤਿਆਂ ਇਉਂ ਉੱਭੜਵਾਇਆ ਉੱਠਿਆ, ਫਿਰ ਪੈ ਗਿਆ। ਥੋੜ੍ਹੇ ਚਿਰ ਬਾਅਦ ਫਿਰ ਉਸੇ ਤਰ੍ਹਾਂ ਹੀ ਹੁਲਾਰਾ ਜਿਹਾ ਖਾ ਕੇ ਜਾਗਿਆ ਤੇ ਫਿਰ ਸੌਂ ਗਿਆ। ਇਹ ਹਰਕਤ 3 ਦਫਾ ਹੋਈ। ਲਾਗੇ ਬੇਗਮ ਦਾ ਮੰਜਾ ਏ। ਉਸਨੇ ਆਖਿਆ, ਚੌਧਰੀ ਜੀ, ਸਰਦਾਰ ਜੀ, ਕੀ ਗੱਲ ਏ? ਮੈਂ ਵੇਖਿਆ ਤੁਸੀਂ 3 ਵਾਰੀ ਉੱਭੜਵਾਏ ਮੰਜੇ ਤੋਂ ਉੱਠੇ ਜੇ, ਫਿਰ ਪੈ ਜਾਂਦੇ ਹੋ, ਗੱਲ ਕੀ ਏ? ਉਸਨੇ ਆਖਿਆ ਕਿ ਪਹਿਲਾਂ ਮੈਨੂੰ ਪਾਣੀ ਪਿਆ, ਫਿਰ ਮੈਂ ਤੈਨੂੰ ਗੱਲ ਦੱਸਦਾ। ਪਾਣੀ ਪੀਤਾ, ਸੁਚੇਤ ਹੋ ਕੇ ਮੰਜੇ ਤੇ ਬੈਠਾ ਤੇ ਆਖਣ ਲੱਗਾ, ਬੇਗਮ ਸਾਹਿਬਾ, ਜਿਹੜਾ ਮੈਂ ਸੁਪਨਾ ਵੇਖਿਆ ਮੈਂ ਤੈਨੂੰ ਦੱਸਦਾ, ਜਿਸ ਸੁਪਨੇ ਵਿੱਚ ਮੈਂ ਉੱਭੜਵਾਇਆ ਉੱਠਦਾ ਰਿਹਾ। ਆਕਾਸ਼ ਤੋਂ, ਅਰਸ਼ ਤੋਂ ਬੜੀ ਦੂਰੋਂ ਇੱਕ ਬਹੁਤ ਵੱਡਾ ਤਾਰਾ ਟੁੱਟਿਆ ਹੈ। ਉਹ ਤਾਰਾ ਹੌਲੀ ਹੌਲੀ ਆਇਆ ਤੇ
ਤੇ ਮੇਰੀ ਤਲਵੰਡੀ ਦੇ ਉੱਤੇ ਡਿੱਗ ਪਿਆ। ਜਿਵੇਂ ਹੀ ਉਹ ਤਾਰਾ ਨੇੜੇ ਆਉਂਦਾ ਗਿਆ, ਉਹਦਾ ਪ੍ਰਕਾਸ਼ ਵੱਧਦਾ ਗਿਆ। ਜਿਵੇਂ ਹੀ ਉਹ ਡਿੱਗਾ, ਉਹ ਅਸਲ 'ਚ ਪ੍ਰਕਾਸ਼ ਨੂੰ ਨੂਰ ਆਖਦਾ ਹੈ ਕਿ ਜਦੋਂ ਉਹ ਤਾਰਾ ਮੇਰੀ ਤਲਵੰਡੀ ਦੇ ਉੱਤੇ ਡਿੱਗਾ, ਉਹਦੇ ਨੂਰ ਦਾ ਇੱਕ ਦਰਿਆ ਵਗ ਤੁਰਿਆ, ਨੂਰ ਦਾ ਦਰਿਆ ਵਗ ਤੁਰਿਆ। ਤੇ ਰਾਏ ਬੁਲਾਰ ਕਹਿੰਦਾ, ਮੈਂ ਉਸ ਦਰਿਆ ਦੇ ਵਿੱਚ ਵਹਿੰਦਾ ਜਾ ਰਿਹਾ ਹਾਂ। ਉਸ ਦਰਿਆ ਦੇ ਵਿੱਚ, ਉਸ ਨੂਰ ਦੇ ਦਰਿਆ ਵਿੱਚ ਮੈਂ ਰੁੜਦਾ ਜਾ ਰਿਹਾ ਹਾਂ। ਕਿਸੇ ਪਾਸਿਓਂ ਮੈਨੂੰ ਕਿਨਾਰਾ ਨਜ਼ਰ ਨਹੀਂ ਆ ਰਿਹਾ। ਇਹ ਹੈ ਮੇਰਾ ਉੱਭੜਵਾਏ ਉੱਠਣ ਦਾ ਕਾਰਨ। ਹੁਣ ਉਸ ਵਕਤ ਨਹੀਂ ਸਮਝ ਆਈ ਕਿ ਇਹ ਸੁਪਨਾ ਕੀ ਹੈ। ਵੈਸੇ ਸਾਨੂੰ ਸਭਨਾਂ ਨੂੰ ਸੁਪਨੇ ਆਉਂਦੇ ਨੇ। ਸੁਪਨੇ ਅਸੀਂ ਉਹਨਾਂ ਨੂੰ ਇਗਨੋਰ ਕਰਦੇ ਹਾਂ ਤੇ ਸਾਡੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਕਿ ਸੁਪਨੇ ਕਦੀ ਸੱਚ ਨਹੀਂ ਹੁੰਦੇ, ਪਰ ਇਹ ਜ਼ਰੂਰੀ ਨਹੀਂ। ਸੁਪਨੇ ਸੱਚ ਵੀ ਹੁੰਦੇ ਨੇ। ਜਿਹੜਾ ਸੁਪਨਾ ਸਾਨੂੰ ਝੂਠ ਲੱਗਦਾ, ਅਸਲ ਵਿੱਚ ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ ਕਿ ਉਹ ਮੇਰੇ ਕਿਹੜੇ ਖਿਆਲਾਂ ਦਾ ਭਾਵ ਮੇਰੇ ਸਾਹਮਣੇ ਸੁੱਤਿਆਂ ਪਿਆ ਰਾਤ ਨੂੰ ਆਇਆ ਹੈ। ਸਾਨੂੰ ਉਹਦੇ ਬਾਰੇ ਪਤਾ ਨਹੀਂ ਹੁੰਦਾ, ਸਾਨੂੰ ਉਹਦੇ ਬਾਰੇ ਚੇਤਾ ਨਹੀਂ ਹੁੰਦਾ। ਇਸ ਲਈ ਅਸੀਂ ਉਸ ਨੂੰ ਝੂਠ ਕਹਿ ਕੇ ਅੱਗੇ ਲੰਘ ਜਾਂਦੇ ਹਾਂ। ਜ਼ਰੂਰੀ ਨਹੀਂ ਕਿ ਸੁਪਨੇ ਝੂਠ ਹੁੰਦੇ ਨੇ ਤੇ ਜ਼ਰੂਰੀ ਨਹੀਂ ਕਿ ਸਾਰੇ ਸੱਚ ਵੀ ਹੁੰਦੇ ਨੇ। ਹੁਣ ਇਹ ਸੁਪਨਾ ਰਾਏ ਬੁਲਾਰ ਨੇ ਵੇਖਿਆ ਹੈ, ਪਰ ਉਹਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਇਸ ਤਰ੍ਹਾਂ ਸੋਚਿਆ ਹੋਣਾ ਆਪਣੇ ਵਾਂਗੂ ਕਿ ਐਵੇਂ ਝੂਠਾ ਹੀ ਹੈ, ਸੁਪਨਾ ਕੀ ਹੈ। ਇਹ ਵੀ ਕੋਈ ਗੱਲ ਹੈ ਕਿ ਆਕਾਸ਼ ਤੋਂ ਤਾਰਾ ਡਿੱਗਾ ਹੈ ਤੇ ਮੇਰੀ ਤਲਵੰਡੀ ਤੇ ਡਿੱਗ ਪਿਆ ਹੈ ਤੇ ਇੱਕ ਨੂਰ ਵਗ ਤੁਰਿਆ ਦਰਿਆ ਭਰ ਕੇ ਤੇ ਮੈਂ ਉਹਦੇ ਵਿੱਚ ਰੁੜਦਾ ਜਾ ਰਿਹਾ। ਭਲਾ ਇਹ ਵੀ ਕੋਈ ਸੁਪਨਾ ਹੈ? ਲੇਕਿਨ ਹੁਣ ਗੁਰੂ ਨਾਨਕ ਸਾਹਿਬ 12-13 ਸਾਲਾਂ ਦੇ ਹੋਏ ਨੇ। ਉਹਨਾਂ ਦੇ ਕਈ ਸਾਰੇ ਕੌਤਕ ਰਾਏ ਬੁਲਾਰ ਨੇ ਆਪਣੀਆਂ ਅੱਖਾਂ ਨਾਲ ਵੇਖ ਲਏ ਨੇ। ਅਸੀਂ ਜੀ ਕਈ ਵਾਰੀ ਆਖ ਦਿੰਦੇ ਹਾਂ ਵੀ ਕੋਈ ਕੌਤਕ ਨਹੀਂ ਹੁੰਦਾ। ਅਸਲ ਵਿੱਚ ਜੇ ਤੁਸੀਂ ਵੀ ਥੋੜ੍ਹਾ ਗੰਭੀਰਤਾ ਨਾਲ ਸੋਚੋਗੇ, ਮੈਂ ਤੇ ਇਹਦੇ ਉੱਤੇ ਬੜਾ ਸੋਚ ਕੇ ਵੇਖ ਲਿਆ, ਵੈਸੇ ਇਹ ਸਾਡੇ ਸੋਚਣ ਦਾ ਵਿਸ਼ਾ ਨਹੀਂ ਹੈ, ਕਿਉਂਕਿ ਇਸ ਕੁਦਰਤ ਨੂੰ ਅਸੀਂ ਸਮਝ ਨਹੀਂ ਸਕਦੇ। ਕੁਦਰਤ ਏਡੀ ਵੱਡੀ, ਇੰਨੀ ਮਹਾਨ, ਇੰਨੀ ਉਹਦੀ ਵੱਡੀ ਵਿਸ਼ਾਲਤਾ, ਜਿਸ ਦੀ ਸਮਝ ਸਾਡੀ ਇਸ ਛੋਟੀ ਜਿਹੀ ਬੁੱਧੀ ਵਿੱਚ ਪੂਰਨ ਤੌਰ ਤੇ ਆ ਹੀ ਨਹੀਂ ਸਕਦੀ। ਲੇਕਿਨ ਫਿਰ ਵੀ ਇੱਕ ਇਨਸਾਨ ਹੋਣ ਦੇ ਨਾਤੇ ਜਿਹੜੀਆਂ ਘਟਨਾਵਾਂ ਸਾਡੇ ਸਾਹਮਣੇ ਜਾਂ ਸਾਡੇ ਜੀਵਨ ਵਿੱਚ ਵਾਪਰਦੀਆਂ ਨੇ, ਆਪਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਤੇ ਕਰਦੇ ਹੀ ਹਾਂ। ਸੋ ਜੇ ਆਪਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਸ ਪੂਰੀ ਪ੍ਰਕਿਰਤੀ ਦੇ ਅੰਦਰ ਕਿੰਨੀਆਂ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਨੇ ਜਿਨ੍ਹਾਂ ਨੂੰ ਆਪਾਂ ਇੱਕ ਕੌਤਕ ਆਖ ਸਕਦੇ ਹਾਂ, ਜਿਨ੍ਹਾਂ ਨੂੰ ਆਪਾਂ ਇੱਕ ਚਮਤਕਾਰ ਕਹਿ ਸਕਦੇ ਹਾਂ। ਰਾਏ ਬੁਲਾਰ ਨੇ ਕਈ ਕੌਤਕ ਵੇਖ ਲਏ ਨੇ ਤੇ ਜਿਹੜਾ ਅੱਜ ਉਹਨੇ ਵੇਖਿਆ, ਜਦੋਂ ਉਹਨੇ ਆਪਣਾ ਸੁਪਨਾ ਪ੍ਰਗਟ ਕੀਤਾ ਹੈ, ਉਹ ਕੌਤਕ ਜੀ ਇਹ ਦੱਸਿਆ ਇਤਿਹਾਸਕਾਰਾਂ ਨੇ। ਰਾਏ ਬੁਲਾਰ ਘੋੜੇ ਤੇ ਸਵਾਰ ਏ, ਉਹਦੇ ਨਾਲ ਉਹਦੇ ਵਜ਼ੀਰ ਅਮੀਰ ਵੀ ਹਨ, ਕੋਈ ਨੌਕਰ ਚਾਕਰ ਵੀ ਨੇ, ਤੇ ਉਹ ਆਪਣੇ ਖੇਤਾਂ ਨੂੰ ਫੇਰਾ ਮਾਰਨ ਨਿਕਲਿਆ ਹੋਇਆ ਹੈ। ਉਹ ਜਾਂਦਾ ਹੈ ਪਿਆ, ਅੱਗੇ ਕੀ ਵੇਖਦਾ ਹੈ ਕਿ ਗੁਰੂ ਨਾਨਕ ਇੱਕ ਰੁੱਖ ਦੇ ਥੱਲੇ ਆਰਾਮ ਕਰਦੇ ਨੇ ਪਏ। ਸ਼ਬਦ ਤੇ ਇਤਿਹਾਸ ਵਿੱਚ ਲਿਖਿਆ ਕਿ ਉਹ ਸੁੱਤੇ ਹੋਏ ਨੇ, ਪਰ ਮੈਂ ਇੱਕ ਮਹਾਂਪੁਰਸ਼ ਨੂੰ ਪੜ੍ਹਿਆ, ਉਹ ਕਹਿੰਦਾ ਹੈ ਜੀ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕਦੇ ਸੁੱਤੇ ਹੋਏ ਨਾ ਆਖਿਆ ਕਰੋ। ਉਹ ਕਹਿੰਦਾ ਗੁਰੂ ਨਾਨਕ ਆਪਣੇ ਜੀਵਨ ਕਾਲ ਵਿੱਚ ਸੁੱਤੇ ਨਹੀਂ, ਉਹ ਹਮੇਸ਼ਾ ਜਾਗਦੇ ਰਹੇ। ਤੋਂ ਭਾਵ ਸੁਚੇਤ ਰਹੇ।
ਉਹ ਜਾਗਰਿਤ ਅਵਸਥਾ ਵਿੱਚ ਰਹੇ ਤੇ ਉਹਨਾਂ ਨੇ ਉਹ ਸੁੱਤੇ ਸ਼ਬਦ ਦੀ ਥਾਂ ਸ਼ਬਦ ਵਰਤਿਆ ਸੁਤੇ। ਸੁਤੇ ਹੀ ਪਏ ਹੋਏ ਸਨ, ਭਾਵ ਸਹਿ ਸੁਭਾਵਕ ਕਿ ਇੱਕ ਰੁੱਖ ਦੇ ਥੱਲੇ ਆਰਾਮ ਕਰਦੇ ਸਨ। ਰਾਏ ਬੁਲਾਰ ਲੰਘਦਾ ਤੇ ਕੀ ਵੇਖਦਾ ਹੈ, ਬਾਕੀ ਸਾਰਿਆਂ ਰੁੱਖਾਂ ਦੇ ਪਰਛਾਵੇਂ ਢਲ ਚੁੱਕੇ ਨੇ। ਸੂਰਜ ਪੱਛਮ ਵਿੱਚ ਚਲਾ ਗਿਆ, ਪਰਛਾਵੇਂ ਪੂਰਬ ਨੂੰ ਚਲੇ ਗਏ ਨੇ, ਪਰ ਜਿਸ ਰੁੱਖ ਦੇ ਥੱਲੇ ਗੁਰੂ ਨਾਨਕ ਸਾਹਿਬ ਬਿਰਾਜਮਾਨ ਨੇ, ਉਸ ਰੁੱਖ ਦਾ ਪਰਛਾਵਾਂ ਉੱਥੇ ਰੁਕਿਆ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਆਰਾਮ ਕਰਦੇ ਨੇ। ਉਹ ਪਰਛਾਵਾਂ ਢਲਿਆ ਨਹੀਂ, ਪਰਛਾਵਾਂ ਬਦਲਿਆ ਨਹੀਂ। ਤਾਂ ਮੈਂ ਆਖਿਆ ਕਿ ਬਹੁਤ ਸਾਰੇ ਕੌਤਕ ਨੇ ਜਿਹੜੇ ਸਾਡੀ ਸਮਝ ਵਿੱਚ ਨਹੀਂ ਆ ਸਕਣੇ। ਇਹ ਕੋਈ ਕੁਦਰਤ ਦਾ ਆਪਣਾ ਕ੍ਰਿਸ਼ਮਾ ਹੈ ਜੀ। ਇਹਦੇ ਬਾਰੇ ਨਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਬਿਲਕੁਲ ਸੱਚਾਈ ਹੈ, ਨਾ ਇਹ ਕਹਿਣਾ ਚਾਹੁੰਦਾ ਕਿ ਉਹ ਸਾਰਾ ਹੀ ਝੂਠ ਹੈ। ਉਹ ਜੋ ਵੀ ਹੈ ਉਹ ਉਸੇ ਤਰ੍ਹਾਂ ਹੀ ਹੈ ਔਰ ਹੈ, ਮੇਰਾ ਇਹ ਮੰਨਣਾ ਹੈ। ਉਹ ਘੋੜੇ ਤੋਂ ਉਤਰਿਆ, ਉਹਨੇ ਪੈਰਾਂ ਤੋਂ ਜੋੜਾ ਉਤਾਰਿਆ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ, ਸੀਸ ਝੁਕਾਇਆ। ਗੁਰੂ ਨਾਨਕ ਸਾਹਿਬ ਨੇ ਨੇਤਰ ਖੋਲੇ ਤੇ ਰਾਏ ਬੁਲਾਰ ਨੇ ਇੱਕ ਅਰਜ਼ ਕੀਤੀ। ਰਾਏ ਬੁਲਾਰ ਦੀ ਉਮਰ, ਜਦੋਂ ਗੁਰੂ ਨਾਨਕ ਸਾਹਿਬ ਦੀ ਉਮਰ 12-13 ਸਾਲਾਂ ਦੀ ਏ, ਉਦੋਂ ਰਾਏ ਬੁਲਾਰ ਦੀ ਉਮਰ 40 ਸਾਲਾਂ ਤੋਂ ਉੱਤੇ ਹੈ। ਲੇਕਿਨ ਉਹਦੇ ਘਰ ਸੰਤਾਨ ਕੋਈ ਨਹੀਂ ਗੀ। ਜਦੋਂ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਨੇ ਅੱਖਾਂ ਖੋਲੀਆਂ, ਨੇਤਰ ਖੋਲੇ। ਰਾਏ ਬੁਲਾਰ ਨੇ ਹੱਥ ਜੋੜੇ ਤੇ ਆਖਿਆ, ਬਾਬਾ ਮੇਰੀ ਮੁਰਾਦ ਪੂਰੀ ਕਰ। ਮੁਰਾਦ ਤੋਂ ਮਤਲਬ ਸੀ ਮੇਰੀ ਆਸ ਪੂਰੀ ਕਰ। ਬਾਬਾ ਜੀ ਨੇ ਨੇਤਰ ਖੋਲ ਕੇ ਆਖਿਆ, ਰਾਏ ਜੀ ਤੁਹਾਡੀ ਆਸ ਅਕਾਲ ਪੁਰਖ ਨੇ ਪੂਰੀ ਕਰ ਦਿੱਤੀ ਹੈ। ਇਹ ਨਹੀਂ ਆਖਿਆ ਹੋਵੇਗੀ, ਆਖਿਆ ਕਰ ਦਿੱਤੀ ਹੈ। ਸਮਾਂ ਬੀਤਿਆ, ਸਾਲ ਸਵਾ ਸਾਲ ਤੋਂ ਬਾਅਦ ਰਾਏ ਬੁਲਾਰ ਦੇ ਘਰ ਪੁੱਤਰ ਪੈਦਾ ਹੋਇਆ। ਪੁੱਤਰ ਘਰ ਪੈਦਾ ਹੋਣ ਦੀ ਖੁਸ਼ੀ ਵਿੱਚ ਉਹਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ, ਪਰਿਵਾਰ ਦੇ ਲੋਕਾਂ ਨੂੰ, ਸੱਜਣਾ ਮਿੱਤਰਾਂ ਨੂੰ ਬੁਲਾਇਆ ਤੇ ਸਭਨਾਂ ਨੂੰ ਇੱਕ ਪ੍ਰੀਤੀ ਭੋਜ ਦੇਣਾ ਚਾਹਿਆ। ਉਹਦੇ ਵਿੱਚ ਉਹਨੇ ਗੁਰੂ ਨਾਨਕ ਸਾਹਿਬ ਨੂੰ ਵੀ ਸੱਦਿਆ। ਉਹਦੇ ਵਿੱਚ ਨਵਾਬ ਦੌਲਤ ਖਾਨ ਸੁਲਤਾਨਪੁਰ ਵਾਲਾ ਵੀ ਸ਼ਾਮਲ ਸੀ ਤੇ ਪਿੰਡਾਂ ਦੇ ਪਿੰਡ ਲੋਕ ਆਏ ਸਨ, ਕਿਉਂਕਿ ਰਾਏ ਬੁਲਾਰ ਉਹ ਸਾਰੇ ਇਲਾਕੇ ਦਾ ਮਾਲਕ ਸੀ। ਉਹਦੇ ਘਰ ਪੁੱਤਰ ਹੋਇਆ 40 ਸਾਲਾਂ ਦੀ ਉਮਰ ਵਿੱਚ ਜਾ ਕੇ, ਤੇ ਪੂਰੇ ਇਲਾਕੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਸੀ। ਉੱਥੇ ਸਾਰੀ ਸੰਗਤ ਨੇ ਜਦੋਂ ਭੋਜਨ ਛਕ ਲਿਆ ਤੇ ਰਾਏ ਬੁਲਾਰ ਨੇ ਇੱਕ ਐਲਾਨ ਕੀਤਾ ਉਸ ਭਰੀ ਸਭਾ ਦੇ ਅੰਦਰ, ਉਸ ਸੰਗਤ ਦੇ ਵਿੱਚ। ਮੈਂ ਜਿਵੇਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਉਹ 1500 ਮੁਰੱਬਿਆਂ ਦਾ ਮਾਲਕ ਹੈ। ਇੱਕ ਮੁਰੱਬੇ ਵਿੱਚ ਜੀ 25 ਏਕੜ ਹੁੰਦੇ ਨੇ, ਤੇ ਇਸ ਹਿਸਾਬ ਨਾਲ 18,750 ਏਕੜ ਯਾਨੀ 750 ਮੁਰੱਬੇ ਜ਼ਮੀਨ ਉਸਨੇ ਐਲਾਨ ਕੀਤਾ ਕਿ ਅੱਜ ਤੋਂ ਇਹ ਮੇਰੀ ਅੱਧੀ ਜਾਇਦਾਦ ਗੁਰੂ ਨਾਨਕ ਦੀ ਹੋਈ। ਅੱਜ ਵੀ 750 ਮੁਰੱਬੇ ਜ਼ਮੀਨ, 18,750 ਏਕੜ ਜ਼ਮੀਨ ਪਾਕਿਸਤਾਨ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਨਾਂ ਚੱਲਦੀ ਹੈ। ਉਸਨੇ ਐਲਾਨ ਕੀਤਾ ਕਿ ਮੈਂ ਆਪਣੀ ਅੱਧੀ ਜਾਇਦਾਦ ਦਾ ਮਾਲਕ ਅੱਜ ਤੋਂ ਗੁਰੂ ਨਾਨਕ ਸਾਹਿਬ ਨੂੰ ਮੰਨਦਾ ਹਾਂ, ਔਰ ਜਿੰਨੀ ਮੇਰੀ ਜਾਇਦਾਦ ਹੈ ਉਹਦਾ ਅੱਧਾ ਹਿੱਸਾ ਮੈਂ ਆਪਣੇ ਵਜ਼ੀਰਾਂ ਨੂੰ
ਆਦੇਸ਼ ਕਰਦਾ ਕਿ ਉਹ ਗੁਰੂ ਨਾਨਕ ਦੇ ਨਾਂ ਕਰ ਦੇਣ। ਕੱਲ੍ਹ ਨੂੰ ਕਿਤੇ ਇਹ ਨਾ ਹੋਵੇ ਕਿ ਮੇਰੀ ਔਲਾਦ ਵਿੱਚ ਕੋਈ ਹੋਰ ਅੱਗੇ ਪਰਿਵਾਰ ਜਦੋਂ ਵਧੇਗਾ ਇਸ ਗੱਲ ਤੋਂ ਮੁੱਕਰ ਨਾ ਜਾਣ ਕਿ ਸਾਡਿਆਂ ਬਜ਼ੁਰਗਾਂ ਨੇ ਅੱਧੀ ਜ਼ਮੀਨ ਗੁਰੂ ਨਾਨਕ ਸਾਹਿਬ ਨੂੰ ਦਿੱਤੀ ਸੀ, ਉਹਨਾਂ ਦੇ ਨਾਂ ਪਟਾ ਲਿਖ ਦਿੱਤਾ ਜਾਏ। ਉਹ ਪਟਾ ਜੀ ਉਹਨਾਂ ਦੇ ਨਾਂ ਲਿਖਿਆ ਗਿਆ। ਮੈਂ ਇਤਿਹਾਸ ਪੜ੍ਹਿਆ ਰਾਏ ਬੁਲਾਰ ਦਾ, ਉਹਨਾਂ ਦੀ ਅੱਜ ਕੱਲ੍ਹ 14ਵੀਂ ਪੀੜ੍ਹੀ ਚੱਲਦੀ ਏ ਪਈ, ਜਿਹਨੂੰ ਆਪਾਂ 14ਵੀਂ ਜਨਰੇਸ਼ਨ ਆਖ ਸਕਦੇ ਹਾਂ। ਉਹਨਾਂ ਦੀ 13ਵੀਂ ਪੀੜ੍ਹੀ ਵਿੱਚੋਂ ਕੁਛ ਉਹਨਾਂ ਲੋਕਾਂ ਨੇ ਸ਼ੇਖੂਪੁਰਾ, ਜਿਹੜੀ ਉਹਨਾਂ ਦੀ ਲੋਕਲ ਅਦਾਲਤ ਸੀ, ਉਹਦੇ ਵਿੱਚ ਇੱਕ ਕੇਸ ਦਾਇਰ ਕੀਤਾ ਕਿ ਇਹ ਜਿਹੜੀ ਜ਼ਮੀਨ ਹੈ 750 ਮੁਰੱਬੇ, ਇਹ ਸਾਡੇ ਇੱਕ ਬਜ਼ੁਰਗ ਹੋਏ ਨੇ ਰਾਏ ਬੁਲਾਰ, ਉਹਦਾ ਦਿਮਾਗ ਖਰਾਬ ਹੋ ਗਿਆ ਸੀ। ਉਸਨੇ ਇੱਕ ਫਕੀਰ ਨਾਨਕ ਸ਼ਾਹ ਦੇ ਨਾਂ ਇਹ ਜ਼ਮੀਨ ਲਵਾ ਦਿੱਤੀ ਸੀ। ਉਹ ਜ਼ਮੀਨ ਸਾਡੇ ਨਾਂ ਹੋਣੀ ਚਾਹੀਦੀ ਹੈ। ਉਹ ਕੇਸ ਚੱਲਿਆ, ਕੁਝ ਸਾਲ ਬੀਤੇ। ਲੋਕਲ ਅਦਾਲਤ ਨੇ ਉਹ ਜਿਹੜਾ ਕੇਸ ਹੈ ਉਸ ਨੂੰ ਕੁਛ ਨਾ ਆਖਿਆ, ਸਗੋਂ ਉਹਨਾਂ ਨੇ ਇਹ ਹਦਾਇਤ ਕੀਤੀ ਕਿ ਅਸੀਂ ਇਸ ਜ਼ਮੀਨ ਦਾ ਪਟਾ ਤੁਹਾਡੇ ਨਾਂ ਬਦਲ ਨਹੀਂ ਸਕਦੇ। ਉਹ ਕੇਸ ਅੱਗੇ ਚਲਾ ਗਿਆ ਲਾਹੌਰ ਹਾਈ ਕੋਰਟ ਵਿੱਚ। ਹਾਈ ਕੋਰਟ ਵਿੱਚ 2-3 ਸਾਲ ਇਹ ਮੁਕੱਦਮਾ ਚੱਲਿਆ। ਹਾਈ ਕੋਰਟ ਨੇ ਵੀ ਜਵਾਬ ਦਿੱਤਾ ਕਿ ਅਸੀਂ ਇਹ ਤਬਦੀਲੀ ਨਹੀਂ ਕਰ ਸਕਦੇ। ਉਹ ਕੋਰਟ ਇਸਲਾਮਾਬਾਦ ਸੁਪਰੀਮ ਕੋਰਟ ਵਿੱਚ ਗਿਆ। ਸੁਪਰੀਮ ਕੋਰਟ ਦੇ ਕੁਝ ਸਿਆਣੇ ਜੱਜ ਸਾਹਿਬਾਨ ਨੇ ਇਸ ਦੀ ਬੜੀ ਚੰਗੀ ਘੋਖ ਕਰਕੇ ਪੂਰੇ ਕੇਸ ਦੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕੇਸ ਕੀਤਾ ਸੀ ਬੁਲਾਇਆ, ਤਰੀਕ ਤੋਂ ਬਿਨਾਂ। ਉਹਨਾਂ ਨੂੰ ਕੋਰਟ ਤੋਂ ਬਾਹਰ ਸੱਦ ਕੇ ਬੁਲਾ ਕੇ ਉਹਨਾਂ ਨੂੰ ਇੱਕ ਗੱਲ ਸਮਝਾਈ ਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਇਹ ਤੁਹਾਡੇ ਵਾਸਤੇ ਚੰਗਾ ਨਹੀਂ। ਤੁਹਾਨੂੰ ਨਹੀਂ ਚਾਹੀਦਾ ਕਿ ਇਹ ਕੇਸ ਤੁਸੀਂ ਇਸ ਤਰ੍ਹਾਂ ਕੋਰਟਾਂ ਦੇ ਵਿੱਚ ਖਿੱਚੋ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਕੇਸ ਦੀ ਸੁਣਵਾਈ ਤੁਸੀਂ ਸੁਪਰੀਮ ਕੋਰਟ ਤੱਕ ਲੈ ਆਏ ਹੋ, ਭਾਵੇਂ ਕਿਸੇ ਦੁਨੀਆ ਦੀ ਕੋਰਟ ਵਿੱਚ ਲੈ ਜਾਓ, ਇਹਨੂੰ ਕੋਈ ਤਬਦੀਲ ਨਹੀਂ ਕਰ ਪਾਏਗਾ, ਇਹ ਬਦਲੀ ਨਹੀਂ ਜਾ ਸਕੇਗੀ। ਇੱਕ ਗੱਲ ਉਹਨਾਂ ਨੇ ਜਿਹੜੀ ਸਮਝਾਈ ਉਹ ਬੜੀ ਪਤੇ ਦੀ ਏ। ਉਹਨਾਂ ਨੇ ਆਖਿਆ ਕਿ ਗੁਰੂ ਨਾਨਕ ਜਿਸ ਨੂੰ ਤੁਸੀਂ ਇੱਕ ਫਕੀਰ ਦੱਸਦੇ ਹੋ, ਜਦੋਂ ਉਹਦੇ ਨਾਂ ਜ਼ਮੀਨ ਲਵਾਈ ਗਈ ਸੀ ਉਦੋਂ ਉਹਦੀ 12-13 ਸਾਲਾਂ ਦੀ ਉਮਰ ਸੀ। ਉਹ 70 ਸਾਲ ਜੀਵੇ ਇਸ ਤਲਵੰਡੀ ਵਿੱਚ। ਉਹਨਾਂ ਨੇ ਇੱਕ ਦਿਨ ਵੀ ਆ ਕੇ ਇਸ ਜ਼ਮੀਨ ਉੱਤੇ ਆਪਣਾ ਕਬਜ਼ੇ ਦਾ ਦਾਅਵਾ ਨਹੀਂ ਜਤਾਇਆ। ਉਹਨਾਂ ਨੇ ਵਾਹੀ ਨਹੀਂ ਕੀਤੀ। ਉਹਨਾਂ ਨੇ ਜ਼ਮੀਨ ਕਿਸੇ ਨੂੰ ਹਿੱਸੇ ਠੇਕੇ ਤੇ ਨਹੀਂ ਦਿੱਤੀ। ਤੁਸੀਂ ਕਾਸ਼ਤ ਕਰਦੇ ਹੋ, ਤੁਸੀਂ ਕਰਦੇ ਰਹੋ, ਤੁਹਾਨੂੰ ਕੋਈ ਰੋਕਦਾ ਨਹੀਂ, ਲੇਕਿਨ ਇਹ ਜ਼ਮੀਨ ਦਾ ਪਟਾ ਤੁਹਾਡੇ ਨਾਂ ਨਹੀਂ ਹੋ ਸਕਦਾ। ਉਹਨਾਂ ਨੇ ਇੱਕ ਹੋਰ ਗੱਲ ਆਖੀ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਅੱਜ ਪੂਰੀ ਦੁਨੀਆ ਵਿੱਚ ਵਸਦੇ ਨੇ, ਪਾਕਿਸਤਾਨ ਵਿੱਚ ਵੀ ਹਨ, ਪਰ ਅੱਜ ਤੱਕ ਕਿਸੇ ਸਿੱਖ ਨੇ ਦਾਅਵਾ ਨਹੀਂ ਕੀਤਾ ਕਿ ਇਹ ਜ਼ਮੀਨ ਸਾਡੇ ਗੁਰੂ ਦੀ ਏ। ਇਹ ਜ਼ਮੀਨ ਗੁਰੂ ਨਾਨਕ ਦੀ ਏ, ਗੁਰੂ ਨਾਨਕ ਦੀ ਰਹੇਗੀ, ਇਹਨੂੰ ਕੋਈ ਬਦਲ ਨਹੀਂ ਸਕੇਗਾ। ਤੁਸੀਂ ਵਾਹੁੰਦੇ ਹੋ ਵਾਹੁੰਦੇ ਰਹੋ, ਇਹਦੀ ਆਮਦਨ ਖਾਂਦੇ ਹੋ ਖਾਂਦੇ ਰਹੋ, ਤੁਹਾਡੇ ਤੋਂ ਕੋਈ ਨਹੀਂ ਮੰਗਦਾ। ਇਹ ਜੀ ਸੁਪਰੀਮ ਕੋਰਟ ਦਾ ਫੈਸਲਾ ਹੋਇਆ। ਉਹ ਲੋਕ ਫਿਰ ਆਪਣਾ ਕੇਸ ਉਹਨਾਂ ਵਾਪਸ ਲਿਆ ਤੇ ਘਰੋਂ ਘਰੀ ਚਲੇ ਗਏ। ਮੈਂ ਇਹ ਗੱਲ ਇਸ ਲਈ ਦੱਸਣਾ ਚਾਹੀ ਕਿ ਰਾਏ ਬੁਲਾਰ ਉਹਦੀ ਕਿੰਨੀ ਵੱਡੀ ਸ਼ਰਧਾ ਹੋਏਗੀ ਗੁਰੂ ਨਾਨਕ ਸਾਹਿਬ ਦੇ ਉੱਤੇ, ਉਹਦਾ ਕਿੰਨਾ ਵੱਡਾ ਵਿਸ਼ਵਾਸ ਹੋਏਗਾ ਗੁਰੂ ਨਾਨਕ ਸਾਹਿਬ ਦੇ ਉੱਤੇ ਕਿ ਆਪਣੀ ਇੰਨੀ ਵੱਡੀ ਜਾਇਦਾਦ ਉਹਦਾ ਮਾਲਕ ਉਹ ਗੁਰੂ ਨਾਨਕ ਸਾਹਿਬ ਨੂੰ ਬਣਾਉਂਦਾ ਹੈ। ਇੱਕ ਇਤਿਹਾਸਕਾਰ ਨੇ ਤਾਂ ਇਹ ਵੀ ਲਿਖਿਆ ਹੈ ਜੀ, ਮੈਨੂੰ ਕਹਿ ਦੇਣਾ ਚਾਹੀਦਾ ਹੈ ਕਿ ਰਾਏ ਬੁਲਾਰ ਨੇ ਆਪਣਾ ਪੁੱਤਰ ਬਣਾਇਆ ਸੀ ਗੁਰੂ ਨਾਨਕ ਸਾਹਿਬ ਨੂੰ।
ਉਹਨੇ ਆਖਿਆ ਸੀ ਅੱਜ ਮੇਰੇ ਘਰ ਇੱਕ ਪੁੱਤਰ ਪੈਦਾ ਹੋਇਆ ਹੈ, ਇੱਕ ਪੁੱਤਰ ਮੇਰਾ 12-13 ਸਾਲਾਂ ਦਾ ਹੈ। ਇਹ ਦੋ ਮੇਰੇ ਪੁੱਤਰ ਨੇ, ਮੇਰੀ ਸਮੁੱਚੀ ਜਾਇਦਾਦ ਦੇ ਦੋਵੇਂ ਜਣੇ ਹੱਕਦਾਰ ਨੇ। ਇਹ ਸੀ ਰਾਏ ਬੁਲਾਰ ਦੇ ਵਿਚਾਰ। ਰਾਏ ਬੁਲਾਰ ਜਦੋਂ ਇਹ ਸਾਰੇ ਕੌਤਕ ਉਹ 12-13 ਸਾਲਾਂ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੇ ਵੇਖੇ ਤਾਂ ਉਹਨੇ ਆਪਣੀ ਬੇਗਮ ਸਾਹਿਬਾ ਨੂੰ ਆਖਿਆ ਸੀ, ਉਹ ਜਿਹੜਾ ਸੁਪਨਾ ਮੈਂ ਵੇਖਿਆ ਸੀ, ਜਿਸ ਨੂਰ ਦੇ ਦਰਿਆ ਵਿੱਚ ਮੈਂ ਵਹਿੰਦਾ ਜਾ ਰਿਹਾ ਸਾਂ, ਉਹ ਨੂਰ ਕੋਈ ਹੋਰ ਨਹੀਂ, ਉਹ ਨੂਰ ਦਾ ਦਰਿਆ ਗੁਰੂ ਨਾਨਕ ਸਾਹਿਬ ਹੈ। ਗੁਰੂ ਨਾਨਕ ਸਾਹਿਬ ਦੇ ਉਸ ਗਿਆਨ ਜਾਂ ਪ੍ਰਕਾਸ਼ਮਈ ਨੂਰ ਦੇ ਵਿੱਚ ਮੈਨੂੰ ਕਿੰਨਾ ਚਿਰ ਹੋ ਗਿਆ ਹੈ ਮੈਂ ਵਹਿੰਦਾ ਜਾ ਰਿਹਾ ਹਾਂ, ਪਰ ਅਜੇ ਮੈਨੂੰ ਕਿਨਾਰਾ ਨਜ਼ਰ ਨਹੀਂ ਆਉਂਦਾ। ਕਿਨਾਰਾ ਉਦੋਂ ਨਜ਼ਰ ਆਇਆ ਜਦੋਂ ਰਾਏ ਬੁਲਾਰ ਆਪਣੇ ਅਖੀਰਲੇ ਸਵਾਸਾਂ ਤੇ ਹੈ, ਗੁਰੂ ਨਾਨਕ ਨੂੰ ਯਾਦ ਕਰਦਾ ਹੈ। ਇਹ ਹੈ ਜੀ ਸਿੱਖੀ। ਕੋਈ ਬੰਦਾ ਮਰਨ ਲੱਗਾ ਵੀ ਆਪਣੇ ਰੱਬ ਨੂੰ, ਆਪਣੇ ਗੁਰੂ ਨੂੰ ਯਾਦ ਕਰੇ। ਆਮ ਕਰਕੇ ਅਸੀਂ ਲੋਕ ਜਿਹੜੇ ਦੁਨਿਆਵੀ ਲੋਕ ਹਾਂ, ਅਸੀਂ ਆਪਣੇ ਪਰਿਵਾਰ ਨੂੰ ਯਾਦ ਕਰਦੇ ਹਾਂ, ਅਸੀਂ ਆਪਣੇ ਧਨ ਪਦਾਰਥ ਨੂੰ ਯਾਦ ਕਰਦੇ ਹਾਂ, ਆਪਣੀ ਮਾਇਆ ਨੂੰ ਯਾਦ ਕਰਦੇ ਹਾਂ, ਆਪਣੇ ਰਿਸ਼ਤੇਦਾਰਾਂ ਨੂੰ ਯਾਦ ਕਰਦੇ ਹਾਂ। ਪਰ ਕੋਈ ਵਿਰਲਾ ਗੁਰੂ ਦਾ ਪਿਆਰਾ ਹੁੰਦਾ ਜਿਹੜਾ ਅਖੀਰਲੇ ਸਵਾਸਾਂ ਤੇ ਆਪਣੇ ਗੁਰੂ ਨੂੰ ਯਾਦ ਕਰਦਾ ਹੈ। ਅਖੀਰਲੇ ਸਵਾਸਾਂ ਤੇ ਆ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਹੈ ਤੇ ਬਾਰ-ਬਾਰ ਬੇਨਤੀ ਕਰਦਾ ਹੈ ਕਿ ਗੁਰੂ ਨਾਨਕ ਜੀ, ਤੁਸੀਂ ਤੇ ਮੇਰੀ ਦਸ਼ਾ ਨੂੰ ਸਮਝਦੇ ਹੋ। ਮੈਂ ਹੁਣ ਚੱਲ ਫਿਰ ਨਹੀਂ ਸਕਦਾ, ਮੇਰੇ ਸਰੀਰ ਵਿੱਚ ਇੰਨੀ ਹਿੰਮਤ ਨਹੀਂ ਕਿ ਤੁਸੀਂ ਜਿੱਥੇ ਵੀ ਹੋਵੋ ਮੈਂ ਉੱਥੇ ਹੀ ਆ ਕੇ ਤੁਹਾਡੇ ਦਰਸ਼ਨ ਕਰ ਲਵਾਂ। ਹੁਣ ਕਿਰਪਾ ਤੁਸੀਂ ਕਰੋ, ਮੇਰੇ ਅਖੀਰਲੇ ਮੌਕੇ ਮੈਨੂੰ ਆ ਕੇ ਦਰਸ਼ਨ ਬਖਸ਼ੋ। ਗੁਰੂ ਨਾਨਕ ਸਾਹਿਬ ਆ ਗਏ। ਉਹ ਆ ਜਾਂਦੇ ਸਨ, ਉਹ ਆ ਜਾਣਗੇ, ਕੋਈ ਯਾਦ ਕਰੇ। ਯਾਦ ਕੀਤਾ, ਗੁਰੂ ਨਾਨਕ ਸਾਹਿਬ ਆ ਗਏ। ਉੱਠਣ ਦੀ ਹਿੰਮਤ ਕੀਤੀ, ਪਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਖਿਆ ਤੁਸੀਂ ਉੱਠੋ ਨਹੀਂ, ਮੰਜੇ ਤੇ ਲੇਟੇ ਰਹੋ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਬਜ਼ੁਰਗ ਜਾਣ ਕੇ ਉਹਨਾਂ ਦੇ ਚਰਨੀ ਹੱਥ ਲਾਇਆ। ਰਾਏ ਬੁਲਾਰ ਦੇ ਨੇਤਰ ਭਰ ਆਏ। ਆਖਣ ਲੱਗਾ, ਗੁਰੂ ਜੀ, ਮੇਰੀ ਹਿੰਮਤ ਨਹੀਂ ਰਹੀ ਮੇਰੇ ਸਰੀਰ ਵਿੱਚ, ਨਹੀਂ ਤੇ ਮੈਂ ਹੀ ਉੱਠਦਾ ਤੇ ਤੁਹਾਡੇ ਚਰਨਾਂ ਤੇ ਮੱਥਾ ਟੇਕਦਾ। ਗੁਰੂ ਨਾਨਕ ਸਾਹਿਬ ਨੂੰ ਆਖਣ ਲੱਗਾ, ਸਤਿਗੁਰੂ, ਮੇਰੇ ਲਈ ਹੁਣ ਹੁਕਮ ਕੀ ਏ? ਮੈਨੂੰ ਲੱਗਦਾ ਮੇਰਾ ਆਖਰੀ ਸਮਾਂ ਆ ਗਿਆ। ਜਿਹੜਾ ਗੁਰੂ ਨਾਨਕ ਸਾਹਿਬ ਨੇ ਬਚਨ ਆਖਿਆ ਜੀ ਸਾਡੇ ਸਭਨਾਂ ਗੋਚਰਾ ਏ। ਆਖਿਆ ਸੀ, ਰਾਏ ਜੀ, ਜਦੋਂ ਆਪਣਾ ਸਰੀਰ, ਆਪਣਾ ਬਲ, ਆਪਣੀ ਸੋਚ ਸਮਝ ਕੰਮ ਨਾ ਕਰੇ, ਉਦੋਂ ਰੱਬ ਅੱਗੇ ਅਰਦਾਸ ਕਰਨੀ। ਬਸ ਆਹ ਬਚਨ ਨੇ ਜੀ ਉਹਨਾਂ ਦੇ। ਰਾਏ ਬੁਲਾਰ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ। ਉਸ ਦਾ, ਉਹ ਸਰੀਰ ਦਾ ਇੰਤਕਾਲ ਹੋਇਆ, ਅੰਤ ਸਮਾਂ ਆ ਗਿਆ। ਰਾਏ ਬੁਲਾਰ ਕਿੰਨਾ ਵੱਡਾ ਭਰੋਸਾ ਰੱਖਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ। ਪਿਤਾ ਕਾਲੂ ਜੀ ਨੇ ਜਦੋਂ ਉਹ ਸੁਲਤਾਨਪੁਰ ਗਏ ਹੋਏ ਸਨ, ਮਿਲਣ ਲਈ ਚੱਲਿਆ ਗੁਰੂ ਨਾਨਕ ਸਾਹਿਬ ਨੂੰ, ਆਪਣੇ ਪੁੱਤਰ ਨੂੰ ਸੁਲਤਾਨਪੁਰ, ਤੇ ਜਾਣ ਤੋਂ ਪਹਿਲਾਂ ਉਹਨੇ ਸੋਚਿਆ ਮੈਂ ਰਾਏ ਬੁਲਾਰ ਨੂੰ ਮਿਲ ਕੇ ਜਾਵਾਂ, ਕੋਈ ਸੁੱਖ ਸੁਨੇਹਾ ਦੇਣਾ ਹੋਵੇ ਤੇ ਮੈਂ ਲੈ ਕੇ ਜਾਵਾਂ। ਰਾਏ ਬੁਲਾਰ ਨੂੰ ਮਿਲਿਆ, ਆਖਣ ਲੱਗਾ ਮੈਂ ਸੁਲਤਾਨਪੁਰ ਚੱਲਿਆ, ਕੋਈ ਸੁੱਖ ਸੁਨੇਹਾ ਦੇਣਾ ਤੁਸੀਂ?
ਰਾਏ ਬੁਲਾਰ ਨੇ ਆਖਿਆ, ਹੋਰ ਕੋਈ ਸੁਖ ਸੁਨੇਹਾ ਨਹੀਂ। ਤੂੰ ਹੈ ਤੇ ਗੁਰੂ ਨਾਨਕ ਸਾਹਿਬ ਦਾ ਪਿਤਾ, ਮੈਨੂੰ ਪਤਾ ਹੈ ਤੂੰ ਉਹਦੇ ਪੈਰੀਂ ਹੱਥ ਨਹੀਂ ਲਾਏਂਗਾ ਜਾ ਕੇ, ਪਰ ਮੇਰੇ ਵੱਲੋਂ ਗੁਰੂ ਨਾਨਕ ਸਾਹਿਬ ਦੇ ਪੈਰੀਂ ਹੱਥ ਲਾਉਣਾ, ਮੱਥਾ ਟੇਕਣਾ ਤੇ ਆਖਣਾ ਤੁਹਾਨੂੰ ਰਾਏ ਬੁਲਾਰ ਯਾਦ ਕਰਦਾ ਹੈ। ਬਸ ਇੰਨੀ ਗੱਲ। ਮਹਿਤਾ ਜੀ ਗਏ ਸੁਲਤਾਨਪੁਰ, ਸੱਚੀ ਮੁੱਚੀ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਨੇ ਆਖਿਆ, ਪਿਤਾ ਜੀ ਤੁਸੀਂ ਇਹ ਕੀ ਕੀਤਾ? ਮਹਿਤਾ ਜੀ ਆਖਣ ਲੱਗੇ, ਪੁੱਤਰ ਇਹ ਮੈਂ ਨਹੀਂ ਤੈਨੂੰ ਮੱਥਾ ਟੇਕਿਆ, ਇਹ ਮੱਥਾ ਰਾਏ ਬੁਲਾਰ ਨੇ ਤੈਨੂੰ ਟੇਕਿਆ ਜੀ। ਆਹ ਹੈ ਮੱਥਾ ਟੇਕਣਾ। ਇੰਨੀ ਵੱਡੀ ਸ਼ਰਧਾ ਹੋਵੇ, ਇੰਨਾ ਵੱਡਾ ਵਿਸ਼ਵਾਸ ਹੋਵੇ ਆਪਣੇ ਗੁਰੂ ਤੇ ਫਿਰ ਗੁਰੂ ਦੇ ਅੱਗੇ ਸਿਰ ਝੁਕ ਜਾਏ। ਬਸ ਇਸੇ ਨੂੰ ਹੀ ਮੱਥਾ ਟੇਕਣਾ ਆਖਦੇ ਨੇ। ਸਾਡਾ ਤਾਂ ਇੱਕ ਰਿਚੁਅਲ ਬਣ ਗਿਆ, ਸਾਡੀ ਇੱਕ ਪਰੰਪਰਾ ਬਣ ਗਈ ਹੈ। ਮੈਂ ਤੇ ਕਈ ਵਾਰੀ ਜੀ ਆਪਣੀ ਗੱਲ ਕਰਦਾ, ਤੁਹਾਡੀ ਤੇ ਨਹੀਂ ਕਰਦਾ। ਮੱਥਾ ਟੇਕ ਰਹੇ ਹੁੰਦੇ ਆ ਤੇ ਮਨ ਵਿੱਚ ਵਿਚਾਰ ਕੋਈ ਹੋਰ ਚੱਲ ਰਿਹਾ ਹੁੰਦਾ, ਕੋਈ ਘਰ ਦਾ, ਕੋਈ ਪਰਿਵਾਰ ਦਾ, ਕੋਈ ਮਾਇਆ ਦਾ, ਕੋਈ ਹੋਰ ਲੈਣ ਦੇਣ ਦਾ ਵਿਚਾਰ ਕੋਈ ਹੋਰ ਚੱਲ ਰਿਹਾ ਹੁੰਦਾ ਤੇ ਮੱਥਾ ਗੁਰੂ ਨੂੰ ਟੇਕ ਰਹੇ ਹੁੰਦੇ ਆ। ਇਹ ਕੋਈ ਮੱਥਾ ਟੇਕਣਾ ਨਹੀਂ ਹੈ ਜੀ। ਮੱਥਾ ਟੇਕਣਾ ਹੈ ਬਸ ਗੁਰੂ ਤੇ ਇਸ ਤਰ੍ਹਾਂ ਦਾ ਵਿਸ਼ਵਾਸ ਭਰੋਸਾ ਬਣੇ ਜਿਵੇਂ ਰਾਏ ਬੁਲਾਰ ਦਾ ਬਣਿਆ। ਪਿਤਾ ਜੀ ਉੱਥੇ ਠਹਿਰੇ ਸਨ ਸੁਲਤਾਨਪੁਰ ਕੁਛ ਦਿਨ। ਉਹਨਾਂ ਦਿਨਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਮੰਗਣੀ ਕਰਵਾ ਦਿੱਤੀ ਭਾਈਆ ਜੈ ਰਾਮ ਜੀ ਨੇ। ਪਿਤਾ ਮਹਿਤਾ ਕਾਲੂ ਜੀ ਨੇ ਵਾਪਸ ਆ ਕੇ ਤਲਵੰਡੀ ਰਾਏ ਬੁਲਾਰ ਨੂੰ ਮਿਲੇ ਤੇ ਇੱਕ ਗੱਲ ਆਖੀ। ਆਖਣ ਲੱਗੇ ਜੀ ਹੱਥ ਜੋੜ ਕੇ, ਰਾਏ ਬੁਲਾਰ ਮਾਲਕ ਹੈ ਉਸ ਪੂਰੇ ਖਿੱਤੇ ਦਾ ਤੇ ਮਹਿਤਾ ਉਹਦਾ ਵਜ਼ੀਰ ਹੈ। ਮਹਿਤਾ ਜੀ ਕੋਈ ਜਾਤ ਗੋਤ ਨਹੀਂ ਹੁੰਦੀ, ਇਹ ਗੱਲ ਸਮਝਣ ਵਾਲੀ ਏ। ਮਹਿਤਾ ਇੱਕ ਟਾਈਟਲ ਹੁੰਦਾ ਹੈ, ਇੱਕ ਤਖੱਲਸ ਹੁੰਦਾ ਹੈ। ਗੁਰਬਾਣੀ ਵਿੱਚ ਬਚਨ ਲਿਖੇ ਗਏ ਨੇ, ਲੱਭ ਪਾਪ ਦੋਏ ਰਾਜਾ ਮਹਿਤਾ, ਜਿਹਦਾ ਮਤਲਬ ਹੈ ਰਾਜਾ ਤੇ ਵਜ਼ੀਰ। ਮਹਿਤਾ ਇੱਕ ਟਾਈਟਲ ਹੈ। ਪਿਤਾ ਕਾਲੂ ਜੀ ਰਾਏ ਬੁਲਾਰ ਦੇ ਵਜ਼ੀਰ ਵੀ ਸਨ, ਉਹ ਪਟਵਾਰੀ ਵੀ ਸਨ, ਤਾਂ ਉਹਨਾਂ ਨੂੰ ਮਹਿਤਾ ਜੀ ਆਖਿਆ ਜਾਂਦਾ ਹੈ। ਰਾਏ ਬੁਲਾਰ ਨੂੰ ਜਾ ਕੇ ਮਿਲੇ ਤੇ ਆਖਣ ਲੱਗੇ, ਰਾਏ ਜੀ ਤੁਹਾਡੇ ਗੁਲਾਮ ਦੀ ਮੰਗਣੀ ਹੋ ਗਈ ਹੈ। ਇਹ ਸ਼ਬਦ ਉਹਨਾਂ ਨੇ ਗੁਰੂ ਨਾਨਕ ਸਾਹਿਬ ਲਈ ਵਰਤੇ। ਆਪਾਂ ਸਮਝ ਸਕਦੇ ਹਾਂ ਕਿ ਮਹਿਤਾ ਕਾਲੂ ਜੀ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਨੇ। ਰਾਏ ਬੁਲਾਰ ਭੱਟੀ ਖਾਨਦਾਨ ਯਾਨੀ ਮੁਸਲਮਾਨ ਪਰਿਵਾਰ ਨਾਲ ਸੰਬੰਧ ਰੱਖਦੇ ਨੇ। ਤੇ ਉਹਨਾਂ ਸਮਿਆਂ ਵਿੱਚ ਮੁਸਲਮਾਨ ਚੌਧਰੀਆਂ ਦਾ ਇੰਨਾ ਬੋਲਬਾਲਾ ਸੀ ਕਿ ਹਿੰਦੂ ਪਰਿਵਾਰ ਆਪਣੇ ਆਪ ਨੂੰ ਉਹਨਾਂ ਦੇ ਗੁਲਾਮ ਹੀ ਮੰਨਦੇ ਸਨ। ਇਸ ਲਈ ਉਹਨੇ ਇਹ ਸ਼ਬਦ ਵਰਤੇ ਨੇ, ਇਤਿਹਾਸ ਵਿੱਚ ਲਿਖੇ ਹੋਏ ਨੇ। ਰਾਏ ਬੁਲਾਰ ਨੇ ਆਖਿਆ, ਮਹਿਤਾ ਇੱਕਦਮ ਰੋਕ ਕੇ, ਅੱਜ ਇਹ ਗੱਲ ਆਖੀ, ਅੱਜ ਤੋਂ ਬਾਅਦ ਨਹੀਂ ਆਖਣੀ। ਗੁਰੂ ਨਾਨਕ ਮੇਰਾ ਗੁਲਾਮ ਨਹੀਂ, ਸਗੋਂ ਮੈਂ ਗੁਰੂ ਨਾਨਕ ਦਾ ਗੁਲਾਮ ਹਾਂ। ਉਹਨੇ ਤੇ ਇੱਥੋਂ ਤੱਕ ਸ਼ਬਦ ਵਰਤੇ ਨੇ ਕਿ ਆ ਜਿਹੜਾ ਤਲਵੰਡੀ ਪਿੰਡ ਵੱਸਦਾ ਹੈ, ਇਹ ਗੁਰੂ ਨਾਨਕ ਕਰਕੇ ਵੱਸਦਾ ਹੈ। ਇਹ ਸ਼ਬਦ ਨੇ ਬਾਅਦ ਵਿੱਚ ਕਿਸੇ ਕਵੀ ਨੇ ਲਿਖਿਆ ਸੀ, ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ। ਇਹ ਤੇ ਰਾਏ ਬੁਲਾਰ ਨੇ 500 ਵਰੇ ਪਹਿਲਾਂ ਆਖਿਆ ਸੀ, ਤਲਵੰਡੀ ਵੱਸਦੀ ਗੁਰੂ ਨਾਨਕ ਦੇ ਨਾਂ ਤੇ। ਅੱਜ ਜੀ ਸਮੁੱਚੇ ਸਿੱਖ ਸਮਾਜ ਨੂੰ ਇਹ ਗੱਲ ਸਮਝਣੀ ਚਾਹੀਦੀ ਏ, ਜੇ ਸਿੱਖ ਸਮਾਜ ਜਿਉਂਦਾ ਏ ਤੇ ਗੁਰੂ ਨਾਨਕ ਦੇ ਨਾਂ ਤੇ ਜਿਉਂਦਾ ਹੈ। ਤੁਸੀਂ ਆਪਣੇ ਸਮਾਜ ਵਿੱਚੋਂ ਗੁਰੂ ਨਾਨਕ ਸਾਹਿਬ ਦਾ ਨਾਂ ਪਾਸੇ ਕਰਕੇ ਵੇਖੋ, ਸਾਡਾ ਕੁਝ ਰਹਿਣਾ ਹੀ ਨਹੀਂ।
ਹੋਰ ਕੋਈ ਸਾਡੇ ਕੋਲ ਹੈ ਹੀ ਨਹੀਂ। ਸਾਡੇ ਕੋਲ ਇੱਕੋ ਹੀ ਗੱਲ ਏ, ਗੁਰੂ ਨਾਨਕ। ਹਰ ਵਕਤ ਜੀ ਗੁਰੂ ਨਾਨਕ ਨੂੰ ਯਾਦ ਕਰਿਆ ਕਰੋ, ਉਹਨੂੰ ਕਦੀ ਨਾ ਭੁਲਾਓ। ਸਾਡੀ ਜੜ ਹੈ ਗੁਰੂ ਨਾਨਕ। ਜਿਸ ਮਹੱਲ ਵਿੱਚ ਆਪਾਂ ਬੈਠੇ ਹਾਂ, ਉਸ ਮਹੱਲ ਦੀ ਨੀਂਹ ਹੈ ਗੁਰੂ ਨਾਨਕ। ਜੇ ਮੈਂ ਇਹ ਗੱਲ ਆਖਾਂ ਗੁਰੂ ਨਾਨਕ ਸਭ ਕੁਝ ਏ, ਤੇ ਕੋਈ ਅਤ ਕਥਨੀ ਨਹੀਂ। ਗੁਰੂ ਨਾਨਕ ਸਭ ਕੁਝ ਹੈ। ਇਸ ਤਰ੍ਹਾਂ ਰਾਏ ਬੁਲਾਰ ਦਾ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਵਿਸ਼ਵਾਸ, ਭਰੋਸਾ, ਇਹ ਸਭ ਬਣਿਆ ਹੋਇਆ ਸੀ। ਰਾਏ ਬੁਲਾਰ ਨੂੰ ਇਸ ਤਰ੍ਹਾਂ ਮਿਲ ਕੇ ਗੁਰੂ ਨਾਨਕ ਦੇਵ ਮਹਾਰਾਜ, ਫਿਰ ਉਹਨਾਂ ਨੇ ਹੁਣ ਪੱਖੋ ਕੇ ਰੰਧਾਵੇ ਜਾਣਾ ਹੈ। ਪੱਖੋ ਕੇ ਰੰਧਾਵੇ ਕਿਉਂ ਜਾਣਾ ਹੈ? ਕਿਉਂਕਿ ਉੱਥੇ ਉਹਨਾਂ ਦੇ ਮਹਿਲ ਸਤਿਕਾਰਯੋਗ ਸੁਲੱਖਣੀ ਜੀ ਹਨ। ਉਹਨਾਂ ਦੇ ਦੋ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਉਹ ਵੀ ਉੱਥੇ ਹਨ। ਜਦੋਂ ਗੁਰੂ ਨਾਨਕ ਸਾਹਿਬ ਨੂੰ 8.5 ਵਰ੍ਹੇ ਬੀਤ ਗਏ ਸਨ, ਉਹ ਵਾਪਸ ਅਜੇ ਨਹੀਂ ਆਏ, ਤੇ ਮਾਤਾ ਸੁਲੱਖਣੀ ਜੀ ਆਪਣੇ ਪੇਕੇ ਪਿੰਡ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਚਲੇ ਗਏ ਸਨ। ਛੋਟੇ ਨਹੀਂ, ਅਸਲ 'ਚ ਬੱਚੇ ਵੀ ਤੇ ਹੁਣ ਵੱਡੇ ਹੋ ਗਏ ਨੇ। ਗੁਰੂ ਨਾਨਕ ਸਾਹਿਬ ਦੇ ਹੁੰਦਿਆਂ ਦੋਵੇਂ ਬੱਚੇ ਪੈਦਾ ਹੋ ਚੁੱਕੇ ਨੇ, ਲੇਕਿਨ ਹੁਣ ਗੁਰੂ ਜੀ 8-9 ਸਾਲਾਂ ਬਾਅਦ ਆਏ ਨੇ, ਤੇ ਜ਼ਰੂਰ ਬੱਚਿਆਂ ਦੀ ਉਮਰ 13-14 ਵਰ੍ਹਿਆਂ ਦੀ ਹੋਏਗੀ। ਮਾਤਾ ਜੀ ਬੱਚਿਆਂ ਨੂੰ ਨਾਲ ਲੈ ਕੇ ਪੱਖੋ ਕੇ ਰੰਧਾਵੇ ਚਲੇ ਗਏ ਹੋਏ ਸਨ। ਗੁਰੂ ਨਾਨਕ ਸਾਹਿਬ ਹੁਣ ਰਾਏ ਬੁਲਾਰ ਆਪਣੇ ਸਾਰੇ ਪਰਿਵਾਰ ਨੂੰ ਮਿਲ ਕੇ, ਸਾਰੀ ਸੰਗਤ ਨੂੰ ਮਿਲ ਕੇ ਤਲਵੰਡੀ ਤੋਂ ਪੱਖੋ ਕੇ ਰੰਧਾਵੇ ਨੂੰ ਚਾਲੇ ਪਾਉਂਦੇ ਨੇ। ਨਾਲ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਲੈ ਲਿਆ। ਹੁਣ ਭਾਈ ਮਰਦਾਨੇ ਦਾ ਵੀ ਚਿੱਤ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਨਹੀਂ ਲੱਗਦਾ, ਤੇ ਗੁਰੂ ਨਾਨਕ ਵੀ ਭਾਈ ਮਰਦਾਨਾ ਨੂੰ ਛੱਡਣਾ ਨਹੀਂ ਚਾਹੁੰਦੇ। ਆਪਾਂ ਨੂੰ ਇਹ ਸਮਝ, ਆਪਾਂ ਇਤਿਹਾਸ ਵਿੱਚੋਂ ਪੜ੍ਹਿਆ ਹੈ ਕਿ ਜਦੋਂ ਭਾਈ ਮਰਦਾਨਾ ਜੀ ਦਾ ਅੰਤ ਸਮਾਂ ਆਇਆ ਸੀ, ਉਸ ਵਕਤ ਗੁਰੂ ਨਾਨਕ ਸਾਹਿਬ ਨੂੰ ਸੱਚੀ ਮੁੱਚੀ ਇੱਕ ਘਾਟ ਮਹਿਸੂਸ ਹੋਈ ਸੀ। ਉਹ ਘਾਟ ਹੋਰ ਕੋਈ ਨਹੀਂ ਸੀ, ਉਹਨਾਂ ਦੇ ਜੀਵਨ ਦਾ ਸਾਥੀ, ਜਿਸ ਨੇ ਸਮੁੱਚਾ ਜੀਵਨ ਉਹਨਾਂ ਦੇ ਨਾਲ ਬਿਤਾਇਆ। ਛੋਟੇ ਜਿਹੇ ਸਨ ਜਦੋਂ ਤਲਵੰਡੀ ਵਿੱਚ ਉਹਨਾਂ ਦਾ ਆਪਸ ਵਿੱਚ ਸੰਬੰਧ ਬਣਿਆ, ਸੰਪਰਕ ਬਣਿਆ ਇੱਕ ਰਬਾਬ ਦੇ ਜ਼ਰੀਏ। ਉਦੋਂ ਤੋਂ ਲੈ ਕੇ ਇਹਨਾਂ ਦੋਹਾਂ ਦੀ ਪ੍ਰੀਤ ਇੰਨੀ ਵਧੀ, ਜਿਵੇਂ ਭਾਈ ਮਰਦਾਨਾ ਸੰਗੀਤ ਰੂਪ ਹੋ ਗਿਆ ਤੇ ਗੁਰੂ ਨਾਨਕ ਸ਼ਬਦ ਰੂਪ ਹੋ ਗਏ। ਆਹ ਦੋ ਚੀਜ਼ਾਂ ਨੇ ਜੀ ਸੰਗੀਤ ਵਿੱਚ। ਇੱਕ ਧੁਨੀ ਹੈ ਜੋ ਸਾਜ਼ਾਂ ਵਿੱਚੋਂ ਨਿਕਲਦੀ ਏ, ਇੱਕ ਸ਼ਬਦ ਏ ਜਿਹੜਾ ਉਸ ਧੁਨੀ ਵਿੱਚ ਮਿਲਾ ਕੇ ਗਾਵਿਆ ਜਾਂਦਾ ਹੈ। ਉਹ ਸ਼ਬਦ ਹੈ ਗੁਰੂ ਨਾਨਕ ਤੇ ਉਹ ਧੁਨੀ ਹੈ ਭਾਈ ਮਰਦਾਨਾ। ਜਦੋਂ ਆਪਾਂ ਕੀਰਤਨ ਕਰੀਏ, ਜਦੋਂ ਆਪਾਂ ਕੀਰਤਨ ਸੁਣੀਏ, ਸਾਡੇ ਮਨ ਵਿੱਚ ਇਹ ਭਾਵ ਪੈਦਾ ਹੋਵੇ, ਆਹ ਜਿਹੜੀ ਧੁਨੀ ਉੱਠ ਰਹੀ ਏ ਸਾਜ਼ਾਂ ਦੇ ਰਾਹੀਂ, ਇਹ ਭਾਈ ਮਰਦਾਨੇ ਦੀ ਧੁਨੀ ਏ। ਜਿਹੜਾ ਵਿੱਚ ਸ਼ਬਦ ਪਾ ਕੇ ਗਾਵਿਆ ਜਾ ਰਿਹਾ ਹੈ, ਉਹ ਸ਼ਬਦ ਗੁਰੂ ਨਾਨਕ ਹੈ, ਕੁਝ ਹੋਰ ਨਹੀਂ। ਮੈਂ ਇਸ ਲਈ ਆਪ ਜੀ ਨੂੰ ਬੇਨਤੀ ਕਰਦਾ ਹੁੰਨਾ ਕਿ ਜਦੋਂ ਵੀ ਆਪਾਂ ਕੀਰਤਨ ਸੁਣੀਏ, ਆਪਾਂ ਸ਼ਬਦ ਦੀ ਸਮਝ ਆਵੇ ਤੇ ਬੜੀ ਚੰਗੀ ਗੱਲ ਹੈ, ਮਾੜੀ ਨਹੀਂ, ਸਮਝਣਾ ਚਾਹੀਦਾ। ਪਰ ਜੇ ਸ਼ਬਦ ਦੀ ਸਮਝ ਨਾ ਵੀ ਆਵੇ ਤੇ ਸਾਨੂੰ ਇਹ ਸਮਝਣਾ ਚਾਹੀਦਾ ਗੁਰੂ ਨਾਨਕ ਸਾਹਿਬ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪੈ ਰਹੀ ਹੈ। ਬਸ ਉਸ ਆਵਾਜ਼ ਵਿੱਚ ਅਸੀਂ ਆਪਣੀ ਸੁਰਤ ਨੂੰ ਜੋੜੀ ਰੱਖੀਏ। ਇੱਕ ਮਹਾਂਪੁਰਸ਼ ਕਹਿੰਦੇ ਹੁੰਦੇ ਸਨ, ਆਪਣੇ ਕੰਨਾਂ ਦੇ ਪਿਆਲਿਆਂ ਨਾਲ ਸ਼ਬਦ ਪੀਵਿਆ ਕਰੋ। ਇਹ ਕੰਨਾਂ ਦੇ 2 ਪਿਆਲੇ ਨੇ ਜੀ ਸਾਡੇ ਕੋਲ। ਇਹਨਾਂ ਪਿਆਲਿਆਂ ਵਿੱਚ ਗੁਰੂ ਨਾਨਕ ਸਾਹਿਬ ਦੀ ਆਵਾਜ਼ ਸ਼ਬਦ ਰੂਪ ਵਿੱਚ ਪੈ ਰਹੀ ਏ, ਉਹਨੂੰ ਪੈਣ ਦਿਆ ਕਰੀਏ। ਇਸ ਤਰ੍ਹਾਂ ਅਸੀਂ ਉਹ ਸ਼ਬਦ ਨੂੰ ਪੀਣਾ ਏ। ਇਹ ਸ਼ਬਦ ਜਦੋਂ ਅਸੀਂ ਕੰਨਾਂ ਦੇ ਪਿਆਲੇ ਭਰ ਭਰ ਕੇ ਪੀਆਂਗੇ, ਉਹ ਸਾਡੇ ਅੰਤਰ ਆਤਮੇ ਤੱਕ ਪਹੁੰਚੇਗਾ।
ਉਹ ਸ਼ਬਦ ਹੀ ਹੈ ਜਿਸ ਨੇ ਸਾਡੀ ਸੁਰਤ ਨੂੰ ਉਸ ਮਾਲਕ ਨਾਲ ਜੋੜਨਾ ਹੈ। ਹੋਰ ਕੋਈ ਤਰੀਕਾ ਨਹੀਂ ਹੈ ਜੀ, ਕੋਈ ਜਰੀਆ ਨਹੀਂ ਹੈ। ਜੇ ਕੋਈ ਮਾਲਕ ਨਾਲ ਜੁੜਨਾ ਚਾਹੁੰਦਾ ਹੈ ਤੇ ਉਹ ਸ਼ਬਦ ਨਾਲ ਜੁੜੇ। ਆਪਾਂ ਕਈ ਵਾਰੀ ਗੱਲ ਕੀਤੀ, ਸ਼ਬਦ ਅੱਗੇ ਜਾ ਕੇ ਆਪਣਾ ਰੂਪ ਵਟਾ ਲੈਂਦਾ ਹੈ, ਵਰਨਾਤਮਕ ਤੋਂ ਉਹ ਧੁਨਾਤਮਕ ਬਣ ਜਾਂਦਾ ਹੈ। ਇਹਦੇ ਤੇ ਆਪਾਂ ਫਿਰ ਕਿਸੇ ਵੇਲੇ ਵਿਚਾਰ ਕਰਾਂਗੇ। ਹੁਣ ਸਮਾਂ ਹੋ ਗਿਆ। ਗੁਰੂ ਨਾਨਕ ਸਾਹਿਬ ਤਲਵੰਡੀ ਤੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਹੁਣ ਪੱਖੋ ਕੇ ਰੰਧਾਵੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਮਿਲਣ ਲਈ ਜਾਣਗੇ। ਅਗਲੇ ਐਤਵਾਰ ਨੂੰ ਆਪਾਂ ਇੱਥੋਂ ਵਿਚਾਰ ਪ੍ਰਾਰੰਭ ਕਰਾਂਗੇ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਵਿਚਾਰ ਨੂੰ ਸੁਣਿਆ। ਮੇਰੇ ਪਾਸੋਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।